ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ। ਹਉਮੈ ਮੈਲ ਲਾਗੀ ਗੁਰ ਸ਼ਬਦੀ ਹੋਵੈ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ। ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਨਦਿਨ ਭਗਤੀ ਰਾਤਾ। ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ। ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ। ਜੋ ਅਨਦਿਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕਾਰਨ ਕਰਾਏ। ਜਿਤ ਭਾਵੈ ਤਿਤ ਕਾਰੈ ਲਾਏ। ਪੂਰੈ ਭਾਗ ਗੁਰ ਸੇਵਾ ਹੋਵੈ। ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ। ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ। ਸਹਜੇ ਸਹਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨਾ ਪਾਏ। ਦੇਸੰਤਰ ਭਵੈ ਦੂਜੈ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ। ਬਿਨ ਸ਼ਬਦੈ ਦੁਖ ਪਾਵਣਿਆ। ਧਾਵਤ ਰਾਖੈ ਠਾਕ ਰਹਾਏ। ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ। ਮਿਲ ਪ੍ਰੀਤਮ ਸੁਖ ਪਾਵਣਿਆ। ਇਕ ਕੂੜ ਲਾਗੇ ਕੂੜੇ ਫਲ ਪਾਏ। ਦੂਜੈ ਭਾਏ ਬਿਰਥਾ ਜਨਮ ਗਵਾਏ। ਆਪ ਡੁਬੇ ਸਗਲੇ ਕੁਲ ਡੋਬੇ। ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ। ਪਾਏ ਭਗਤ ਜਾਂ ਹਉ ਮੈਂ ਸੋਖੈ। ਸਿਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ। ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ। ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ। ਨਾਮੋ ਮਨ ਵਸਾਵਣਿਆ। ਆਪ ਕਰਾਏ ਕਰਤਾ ਸੋਈ। ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ। ਨਾਮੋ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਗੁਰੂ ਸਥਾਨ ਓਂਟਾਰੀਓ ਖਾਲਸਾ ਦਰਬਾਰ ਤੋਂ ਅਸੀਂ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜ ਰਹੇ ਹਾਂ। ਸੰਗਤ ਦਾ ਇਹ ਸਮਾਂ ਮਾਣ ਰਹੇ ਹਾਂ। ਵਡਭਾਗੀ ਹਾਂ। ਲੜੀਵਾਰ ਗੁਰਬਾਣੀ ਵਿਆਖਿਆ ਦਾ ਸਮਾਂ ਹੈ। ਇਸ ਵਿੱਚ ਆਪ ਜੀ ਮਾਝ ਰਾਗ ਦੇ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਾਰਨ ਕੀਤੇ ਗਏ ਪਾਵਨ ਬਚਨਾਂ ਨੂੰ ਮੁਸਲਸਲ ਇਨ ਕੰਟੀਨਮ ਸੁਣਦੇ ਹੋ ਵਿਆਖਿਆਨ ਸਹਿਤ। ਜੋ ਬਚਨ ਆਪਨੇ ਸਰਵਨ ਕੀਤਾ ਹੈ ਇਹਦੀ ਤਕਰੀਰ ਬੀਤੇ ਕੱਲ ਪ੍ਰਾਰੰਭ ਕੀਤੀ ਸੀ। ਰਹਾਉ ਦਾ ਬੰਧ ਬੜੇ ਵਿਸਥਾਰ ਨਾਲ ਇਨ ਡਿਟੇਲਡ ਮੈਨਰਸ we have discussed it. Now the rest of Shabad, as time will permit to us to explain as much as the lines and stanzas, we will try to do. ਉਸ ਰੂਪ ਵਿੱਚ ਅਸੀਂ ਅਗਲੀ ਬਾਤ ਤੋਰਾਂਗੇ। ਬਚਨ ਵਿਚਾਰ ਦੀ ਪ੍ਰਾਰੰਭਤਾ ਰਹਾਉ ਦੇ ਬੰਦ ਤੋਂ ਹੀ ਕਰ ਰਹੇ ਹਾਂ। ਜਸਟ ਇੱਕ ਸਰਸਰੀ ਨਜ਼ਰ ਪਾ ਕੇ ਫਿਰ ਜੋ ਸ਼ਬਦ ਰਹਿੰਦਾ ਹੈ ਉਹਦੇ 'ਤੇ ਬਾਤ ਅੱਗੇ ਕਰਾਂਗੇ।
ਗੁਰਦੇਵ ਜ਼ਿਕਰ ਕਰ ਰਹੇ ਸੀਗੇ ਕਿ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਆਪਣਾ ਆਪਾ ਕੁਰਬਾਨ ਕਰਦਾ, ਮਤਲਬ ਹਾਈਐਸਟ ਰਿਸਪੈਕਟ ਉਹਨਾਂ ਰੂਹਾਂ ਨੂੰ, ਉਹਨਾਂ ਗੁਰਮੁਖਾਂ ਨੂੰ, ਉਹਨਾਂ ਮਨੁੱਖਾਂ ਨੂੰ, ਉਸ ਬਸ਼ਰ ਨੂੰ ਜੋ ਆਪ ਭਗਤੀ ਦੇ ਰਾਹ 'ਤੇ ਤੁਰੇ ਅਤੇ ਦੂਸਰਿਆਂ ਦੀ ਪ੍ਰੇਰਨਾ ਦਾ ਸਰੋਤ ਬਣੇ, ਦੂਸਰਿਆਂ ਨੂੰ ਉਸ ਰਾਹ 'ਤੇ ਤੋਰਨ ਵਾਸਤੇ ਮਦਦ ਕਰੇ। ਅਤੇ ਭਗਤੀ ਬਾਰੇ ਵੀ ਵਿਆਖਿਆ ਬੀਤੇ ਕੱਲ੍ਹ ਬੜੀ ਡਿਟੇਲਡ ਹੋਈ ਸੀਗੀ ਕਿ ਭਜਨ ਗਿਆਨ ਅਤੇ ਤਿਆਗ ਦਾ ਸੁਮੇਲ ਭਗਤੀ ਹੈ। ਇਹਦੇ ਵਿੱਚ ਪ੍ਰਾਰੰਭਤਾ 'ਤੇ ਕਿਸੇ ਖਾਸ ਉਪਦੇਸ਼ ਬਚਨ ਅਲਫਾਜ਼ਾਂ ਦੇ ਦੁਹਰਾਓ, ਚੈਂਟਿੰਗ ਕਹਿ ਲਓ, ਉਹਦੀ ਰਿਸਾਈਟਿੰਗ ਕਹਿ ਲਓ, ਇਹਦੇ ਤੋਂ ਹੋਣੀ ਹੈ। ਪਰ ਜਿਹੜਾ ਉਹਦਾ ਅੰਤਲੀ ਮੰਜ਼ਲੇ ਮਕਸੂਦ ਹੈ, ਉਹਦੀ ਪ੍ਰਾਪਤੀ ਹੈ, ਰਿਜ਼ਲਟ ਆ, ਉਹ ਹੈ ਜਦੋਂ ਬੰਦਾ ਤਿਆਗ ਵਾਸਤੇ ਤਿਆਰ ਹੋ ਜਾਏ, ਭਾਵ ਜੀਵਨ ਦੇ ਵਿੱਚ ਇੰਪਰੂਵਮੈਂਟ ਆ ਜਾਏ, ਬੰਦੇ ਦੇ ਅੰਦਰ ਆ ਰਹੀਆਂ ਖਾਮੀਆਂ, ਕਮੀਆਂ, ਅਲਾਮਤਾਂ, ਉਹਨਾਂ ਤੋਂ ਬੰਦਾ ਮੁਕਤ ਹੋ ਸਕੇ। ਦਾ ਰੀਅਲ ਸੈਲਵੇਸ਼ਨ ਜਿਹਦੀ ਅਸੀਂ ਗੱਲ ਕਰਦੇ ਹਾਂ। ਸੋ ਇਹੋ ਜਿਹੀ ਭਗਤੀ ਦੇ ਰਾਹ ਦੇ ਉੱਤੇ ਜੋ ਤੁਰਦੇ, ਉਹਨਾਂ ਤੋਂ ਗੁਰੂ ਅਮਰਦਾਸ ਆਪਣਾ ਆਪਾ ਕੁਰਬਾਨ ਕਰਦੇ, ਅਤੇ ਇਕੱਲੇ ਤੁਰਦੇ ਨਾ ਬਲਕਿ ਹੋਰਨਾਂ ਨੂੰ ਤੁਰਨ ਵਾਸਤੇ ਮਦਦ ਕਰਦੇ, ਉਹਨਾਂ ਤੋਂ ਗੁਰੂ ਅਮਰਦਾਸ ਆਪਣਾ ਆਪਾ ਕੁਰਬਾਨ ਕਰਦੇ। ਇਹਦੇ ਨਾਲ ਦੂਸਰੀ ਸਤਰ ਜੋ ਸੀ ਉਹ ਸੀਗੀ ਜਿਸ ਸਾਹਿਬ ਨੇ ਇਹਦੇ 'ਚ ਬਿਆਨ ਕੀਤਾ ਕਿ ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਐਸੇ ਭਗਤ ਜਨਾਂ ਨੂੰ ਮੈਂ ਸਦਾ ਨਮਸਕਾਰ ਕਰਦਾ ਹਾਂ। ਹੁਣ ਨਮਸਕਾਰ ਵੀ ਰਿਸਪੈਕਟ ਪੇ ਕਰਨੀ, ਕਿਸੇ ਨੂੰ ਇੱਜ਼ਤ ਦੇਣੀ ਹੈ, ਮਾਣ ਦੇਣਾ ਆ। ਅਸੀਂ ਗੁਰੂ ਨੂੰ ਨਮਸਕਾਰ ਕਰਨ ਵਾਸਤੇ ਆਉਂਦੇ ਹਾਂ, ਅਤੇ ਗੁਰੂ ਉਹਨਾਂ ਰੂਹਾਂ ਨੂੰ ਨਮਸਕਾਰ ਕਰਦਾ ਹੈ ਜਿਹੜੀਆਂ ਭਗਤੀ ਦੇ ਰਾਹ 'ਤੇ ਤੁਰਦੀਆਂ ਨੇ। ਸੋ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਗੁਰੂ ਸਾਨੂੰ ਕੀ ਪ੍ਰੇਰਨਾ ਦੇ ਰਿਹਾ ਹੈ, ਗੁਰੂ ਸਾਨੂੰ ਕੀ ਸਿੱਖਿਆ ਦੇ ਰਿਹਾ ਹੈ ਕਿ ਬੰਦੇ ਆਪਣੀ ਇੰਪਰੂਵਮੈਂਟ ਵਾਸਤੇ, ਜਿਹੜੀ ਸੈਲਫ ਇੰਪਰੂਵਮੈਂਟ, ਉਹਦੇ ਵਾਸਤੇ ਜਿਹੜਾ ਡਿਵੋਸ਼ਨਲ ਐਕਸਰਸਾਈਜ਼ ਕਰਨੀ ਹੈ, ਭਗਤੀ ਦਾ ਉਹ ਭਾਵ ਹੀ ਹੈ, ਉਹਦੇ 'ਚ ਆਪਣੇ ਆਪ ਨੂੰ ਲਗਾ। ਅਕਾਲ ਪੁਰਖ ਵਾਹਿਗੁਰੂ ਰੱਬੀ ਅਹਿਸਾਸ ਵਿੱਚ ਉਹਦੇ ਗੁਣਾਂ ਦਾ ਗਾਹਕ ਬਣ ਕੇ ਤੁਰ। ਸੋ ਉਹਦੀ ਬਾਤ ਹੋਈ ਕਿ ਤਿਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ ਜੋ ਅਨਦਿਨ ਹਰ ਗੁਣ ਗਾਵਣਿਆ। ਅਤੇ ਭਗਤ ਦੀ ਪਹਿਚਾਣ ਇਹ ਵੀ ਹੈ ਕਿ ਉਹ ਅਨਦਿਨ, ਰਾਤ ਦਿਨ, ਮਤਲਬ ਪ੍ਰਿਓਰਿਟੀ ਬੇਸਿਸ ਦੇ ਉੱਤੇ ਜੀਵਨ ਦੇ ਵਿੱਚ ਸਭ ਤੋਂ ਵਧੀਆ ਅਤੇ ਸਭ ਤੋਂ ਵੱਧ ਕੇ ਜਿਸ ਚੀਜ਼ ਨੂੰ ਤਰਜੀਹ ਦਿੰਦਾ ਉਹ ਰੱਬ ਦੇ ਗੁਣ ਗਾਉਣੇ ਨੇ, ਉਹਦੇ 'ਚ ਆਪਣੇ ਆਪ ਨੂੰ ਜੋੜਦਾ ਹੈਗਾ। ਸੋ ਅਨਦਿਨ ਹਰ ਗੁਣ ਗਾਵਣਿਆ ਰਹਾਓ। ਸ਼ੁਰੂਆਤੀ ਬੰਦਿਆਂ ਦਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ। ਆਤਮ ਰਾਮ ਪ੍ਰਗਾਸ ਜਿਹਨੂੰ ਕਹਿ ਲਓ ਕਿ ਕਿਸੇ ਦੀ ਇਨਰ ਸੋਲ ਦੀ ਇਨਲਾਈਟਮੈਂਟ ਹੋ ਜਾਣੀ, ਅੰਦਰ ਰੌਸ਼ਨੀ ਆ ਜਾਣੀ। ਆਤਮ ਰਾਮ ਪ੍ਰਗਾਸ। ਅੱਜ ਦੀ ਦੁਨੀਆ ਦੇ ਵਿੱਚ ਮੈਂ ਤਾਂ ਇਸ ਕਾਬਲ ਨਹੀਂ ਕਿ ਕੋਈ ਕਿਸੇ ਨੂੰ ਜੱਜ ਕਰ ਸਕਾਂ ਜਾਂ ਦੱਸ ਸਕਾਂ, ਪਰ ਬਹੁਤ ਸਾਰੀਆਂ ਚੀਜ਼ਾਂ ਬੜੀ ਸੁਪਰਫਿਸ਼ੀਅਲ ਜਿਹੀ ਅੰਡਰਸਟੈਂਡਿੰਗ ਵੀ ਲੱਗਦੀ ਹੈ ਕਿ ਜਿਹੜਾ ਅੰਦਰ ਦਾ ਪ੍ਰਕਾਸ਼ ਹੋਣਾ ਆ, ਇੱਥੇ ਦੀਵਾ ਬਲ ਜਾਂਦਾ ਹੈ, ਇੱਥੇ ਦੀਵਾ ਬਲ ਜਾਂਦਾ ਹੈ। ਇੱਕ ਮਕੈਨਿਜ਼ਮ ਦੇ ਲੈਵਲ 'ਤੇ ਚੀਜ਼ਾਂ ਨੂੰ ਲਿਆਂਦਾ ਗਿਆ। ਰੋਸ਼ਨ ਦਿਮਾਗ ਹੋਣ ਦਾ ਮਾਇਨਾ ਕੀ ਹੈ? ਜਦੋਂ ਜ਼ਿੰਦਗੀ ਦੀਆਂ ਚੋਇਸਿਸ, ਜਿਹੜੀਆਂ ਸਾਡੀਆਂ ਚੋਣਾਂ ਨੇ ਜੀਵਨ ਦੇ ਪ੍ਰਤੀ, ਉਹ ਬਦਲ ਜਾਣ, ਉਹ ਸਹੀ ਹੋ ਜਾਣ। ਬੰਦਾ ਵੈਸੇ ਤਾਂ ਕਹਿੰਦਾ ਮੈਂ ਇਨਲਾਈਟਡ ਹੋ ਗਿਆ ਬੜਾ, ਪਰ ਅਜੇ ਵੀ ਉਹਦੇ ਲਫ਼ਜ਼ਾਂ 'ਚ ਈਰਖਾ ਦੀ ਬਦਬੂ ਆਉਂਦੀ ਹੈ। ਉਹਦੇ ਰਹਿਣ ਸਹਿਣ ਦੇ ਢੰਗ ਦੇ ਵਿੱਚ ਹੰਕਾਰ ਉਹ ਦਿਸਦਾ ਆ। ਉਹਦੇ ਜੀਵਨ ਵਿਚਰਨ ਦੇ ਵਿੱਚ ਕਿਤੇ ਨਾ ਕਿਤੇ ਤ੍ਰਿਸ਼ਨਾ ਹੈ, ਕਿਤੇ ਨਾ ਕਿਤੇ ਨਿਰਾਸ਼ਤਾ ਹੈ, ਲਾਲਚ ਹੈ, ਸਵਾਰਥ ਹੈ। ਸੋ ਕਹਿਣਾ ਪਏਗਾ ਅਜੇ ਉਸ ਇਨਲਾਈਟਮੈਂਟ ਵਾਲੀ ਗੱਲ ਬੜੀ ਦੂਰ ਹੈ। ਆਤਮ ਰਾਮ ਪ੍ਰਗਾਸ ਦਾ ਮਾਇਨਾ ਇਹ ਹੈ, ਬੰਦਾ ਉਸ ਸੈਲਫ ਕਲਿੰਜਿੰਗ ਦੇ ਲੈਵਲ 'ਤੇ ਆ ਰਿਹਾ, ਪੁਨੀਤ ਹੋ ਰਿਹਾ, ਪਵਿੱਤਰਤਾ ਜੀਵਨ ਦਾ ਅਮਲ ਬਣ ਚੱਲੀ ਹੈ। ਸੋ ਜਾਵੀਆ ਜਿਹੜਾ ਜੀਵਨ ਦਾ ਈਡੀਅਮ ਆ, ਉਹਦੇ ਵਿੱਚੋਂ ਹੀ ਸਚਿਆਰਤਾ, ਟਰੁਥਫੁਲਨੈਸ ਜਿਹੜੀ ਹੈ, ਇਹ ਰਿਫਲੈਕਟ ਕਰਨੀ ਸ਼ੁਰੂ ਹੋ ਗਈ ਹੈ। ਇਹ ਹੈ ਉਹਦੀ ਰਿਐਲਿਟੀ 'ਚ ਅੰਡਰਸਟੈਂਡਿੰਗ, ਜੋ ਐਜ਼ ਆਈ ਐਕਚੁਅਲੀ ਅੰਡਰਸਟੈਂਡ ਫਰੋਮ ਗੁਰੂ ਗ੍ਰੰਥ ਸਾਹਿਬ ਬਲੈਸਿੰਗਸ ਔਰ ਗੁਰੂ ਗ੍ਰੰਥ ਸਾਹਿਬ ਗ੍ਰੇਸ। ਸੋ ਉਸ ਰੂਪ ਵਿੱਚ ਬਾਤ ਕੀਤੀ ਗਈ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ। ਪਰ ਇਹ ਹੋਏਗਾ ਉਦੋਂ ਜਦੋਂ ਗੁਰੂ ਤਰਸ ਕਰੇਗਾ, ਗੁਰੂ ਸਾਨੂੰ ਰਾਹ ਵਿਖਾਏਗਾ, ਗੁਰੂ ਸਾਨੂੰ ਵਿਜ਼ਨਰੀ ਬਣਾਏਗਾ। ਅਗਲਾ ਬਚਨ ਹੈ ਹਉਮੈ ਮੈਲ ਲਾਗੀ ਗੁਰ ਸ਼ਬਦ ਨਹੀਂ ਖੋਵੈ। ਹਉਮੈ ਮੈਲ ਲਾਗੀ, ਹਾਂ ਹਉਮੈ ਨੂੰ ਤੇ ਮੈਲ ਨਾਲ ਹੀ ਤਸ਼ਬੀਹ ਦਿੱਤੀ ਜਾਂਦੀ ਵਾਰ-ਵਾਰ।
मैल में डर्ट, फिल्थ, मतलब जिहड़ी चीज़ असीं आम हालतां 'च पसंद नहीं करते। मैला घर किनू पसंद आएगा भाई? मैला कपड़ा किनू पसंद आएगा? मैला स्थान बहन वास्ते, रहन वास्ते किनू पसंद आएगा? ठीक, मैला हिरदा सोच के देखिए, जिहदे च मैल होए। तो मैल का मायना की है? बदनीयत होना। मैल का मायना की है? जिहदे विच जो स्टैंडर्ड बनता है उहदे नालों लोअर लैवल आ जाए। एक यूनीवर्सल स्टैंडर्ड आ। आपां सपोज किसी दे नाल वरतदे हैं, विचरदे हैं, उसनूं अपने इक्वल बराबर समझते हैं। जिथे मेरे अंदर सोच च होए कि मैं इहदे नालों उच्चा वां, वड्डा वां, सुपीरीयर है किसी लैवल ते भी, ये नीवा आ, इत्थे कहना पेगा हौमे दी मैल है। ये मैल जीवन विच मतलब सच तो यह है, बंदे नूं ते चंगा फील कराउंदी है कि बंदा सोचदा कि मैं तगड़ा, उहदे नालों मैं उच्चा, मैं वड्डा। पर लॉन्ग रन दे विच एक्चुअली ये मैल ते बीमारी है। ये किवें चंगा फील करा सकती है? आपां शब्द पढ़ीए गुरु ग्रंथ साहिब विचों, पढ़दे हैं, महाराज बयान करदे कि आसा की वार दे विच कि जिवें नानक गुरु न चेतनी मन अपने सुचेत, छुट्टै तिल बुवाड़ ज्यों सुइयां अंदर खेत, खेतै अंदर छुट्टियां कहो नानक सौ नाह, फलियां फुलियां बपुड़े पीतन विच सुआ। आपने बचन सुने आसा की वार बिल्कुल शुरुआत ही आउंदा क्या कि नानक गुरु न चेतनी मन अपने सुचेत, जिहड़ा बहुत सुचेत हो जाए। सुचेत होना चंगी गल है, अवेयर होना, पर अवेयरनैस भी इस लैवल ते कि बंदा कहे कि बस मी एंड माई सैल्फ नथिंग एल्स, मैं ही मैं हाँ, होर तो कुछ है ही नहीं गा। हुण इस लैवल की अवेयरनैस ये बनेगी जिहड़ा छुट्टा तिल बुवाड़ ज्यों, बुआड़ी तिल। असी मोस्टली वैसे पंजाब की फिजान दे विच तिलहनी फसलां बहुत होंदियां सीगियां, पर वो होया कि मंडीकरण पहला अंग्रेज़ ने अपने तरीके नाल कीता, वो फिर भी थोड़ा बहुता बैनीफिशियल सीगा। मुड़ के जदों ये खिता पूरा एक वक्रे सिस्टम के अंदर आ गया, तो सिस्टम दे विच जिहड़ी फर्टाइल सोयल सीगी, ते जिथे पानी खेती वास्ते कह लो कि जिथे मतलब एग्रीकल्चर लई जिहड़ी वाटर रिसोर्सिस ईजीली अवेलेबल सीगे, वो पंजाब ते दा गिरदे रवां सी, दा आला दुआला सीगा। तो एड्डी वड्डी पापूलेशन नूं फीड करन वास्ते ग्रेन चाहिदा सीगा। ग्रेन दा मतलब कणक ते पैडी, झोना। तो इत्थे फिर इस किस्म दी मंडीकरण हो गई, पॉलिसीज बना दित्तियां गईयां, मंडियां एवें स्टैबलिश कीतियां, ते ट्रैक्टर आ गए, इहो जिहा सिस्टम आ गया। वाटर जिहड़ी हैगी है ग्राउंड वाटर नूं पंप करना शुरू कर दिता। इस सारे दे नाल कुछ लोकां नूं लगा कि शायद सानू पैसा आना शुरू हो गया, जिंदगी सुखाली हो रही है। उहदे नाल टू व्हीलर्स, स्कूटर, मोटरसाइकिलां, किते किते कारां भी आ गईयां। कच्चियां तो मकान थोड़े पक्के बन गए। थोड़ा बहुता कपड़ा लीड़ा पाउण वास्ते थोड़ा महंगा वधिया होना शुरू हो गया। लोगों के विआह शगन इहो जे जिहड़े सारे दा सारा कस्टम सीगे, उन्हां च कुछ ज़्यादा खर्चा होने लग गया, तो लगा जिंदगी की उसारी हो गई है। एक्चुअली जिंदगी की उसारी एवें नहीं होंदी। जिंदगी की उसारी जो होंदी है एजुकेशन उच्ची ज़्यादा आए तो, हैल्थ सिस्टम ठीक हो जाए, तो लोगों नूं रिक्रिएशनल समा वध मिल सके। तो मतलब ये सिर्फ भंगड़े जिहड़े ने ये सिर्फ गीतां दे विच ही ना होण, भंगड़े पाण जोगा बंदे कोल समा भी होए। जिथे जिंदगी 2 जून की रोटी च नहीं कट्टी जा रही, उत्थे मारदा दमामे जट मेले आ गया। वो कित्थे दमामे मारेगा? ਉਹਦੇ ਤੇ ਉਹਦੇ ਕੋਲ ਤਾਂ ਸਮਾਂ ਨਹੀਂ ਗਾ, ਵੀ ਫੁਰਸਤ ਹੀ ਕੋਈ ਨਹੀਂ। ਸੋ ਇਹੋ ਜੇ ਇੱਕ ਅਜੀਬ ਕੰਟਰਾਡਿਕਸ਼ਨ ਹੈ। ਸਾਡਾ ਲੋਕ ਕਾਫੀਆ, ਸਾਡਾ ਫੋਕਲੋਰ ਕੁਝ ਹੋਰ ਕਹਿੰਦਾ, ਸਾਡੀ ਰੀਅਲ ਲਾਈਫ ਬਿਲਕੁਲ ਹੀ ਕੰਪਲੀਟਲੀ ਡਿਫਰੈਂਟ ਆ।
ਜੇ ਅਸੀਂ ਰਿਲੀਜੀਅਸ ਸਾਈਡ ਤੇ ਆ ਜਾਈਏ, ਸਪਿਰਿਚੁਅਲਿਟੀ ਦਾ ਜਿਹੜਾ ਸਾਡਾ ਸਭ ਤੋਂ ਵੱਡਾ ਸੋਰਸ ਆ, ਜਿਹੜਾ ਮੇਨ ਸੋਰਸ ਜਿਹੜਾ ਸਾਡਾ ਕਰਨਧਾਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਕਹਿ ਰਿਹਾ ਹੈ ਉਹ ਸਾਡੀ ਆਮ ਜੀਵਨ ਵਿੱਚ ਉਹਦੀ ਰਿਫਲੈਕਸ਼ਨ ਵੀ ਜਾਂਦੀ ਲੱਗੀ ਹੈ। ਸੋ ਇਸ ਅਜੀਬ ਤਰ੍ਹਾਂ ਦੀ ਇੱਕ ਹਾਲਤ ਹੈ। ਇਸੇ ਕਰਕੇ ਅਸੀਂ ਬਹੁਤ ਕਨਫਿਊਜ਼ ਵੀ ਹੈਗੇ ਹਾਂ ਵੀ ਹੋ ਕੀ ਰਿਹਾ ਸਾਰਾ ਕੁਝ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀ ਉੱਥੇ ਐਮਫਸਾਈਜ਼ ਕੀਤਾ ਜਾਏ, ਉਹ 'ਚ ਹੋਇਆ ਇਹ ਕਿ ਉਹ ਲੱਗਾ ਕਿ ਹਾਂ ਹੁਣ ਪੈਸਾ ਧੇਲਾ ਵੱਧ ਰਿਹਾ, ਅਤੇ ਦੂਸਰਾ ਪਾਪੂਲੇਸ਼ਨ ਵੀ ਵੱਧ ਰਹੀ ਸੀ ਲਗਾਤਾਰ, ਅਤੇ ਸੋਰਸਿਸ ਲਗਾਤਾਰ ਘਟ ਰਹੇ ਸੀਗੇ। ਦੂਸਰੇ ਪਾਸੇ ਪਾਲਿਸੀਜ਼ ਕੁਝ ਐਵੇਂ ਦੀਆਂ ਸੀਗੀਆਂ ਜਿਹਦੇ ਅੰਦਰ ਇੱਕ ਐਲੀਟ ਜਿਹੜਾ ਸੀਗਾ ਉਹਨੂੰ ਹੀ ਬੈਨੀਫਿਟ ਪਹੁੰਚਾਉਣਾ ਸੀ ਕਿਸੇ ਤਰੀਕੇ ਨਾਲ, ਅਤੇ ਉਹ ਬੈਨੀਫਿਟ ਕਿਵੇਂ ਵੀ ਹੋ ਸਕੇ। ਇਹ ਵੀ ਹੈ ਕਿ ਇੱਕ ਸਾਡੇ ਸੱਜਣ ਸੀਗੇ, ਉਹ ਇੱਕ ਜਗ੍ਹਾ ਦੇ ਉੱਤੇ ਕਾਪਰ ਦੀ ਮਾਈਨਿੰਗ ਹੁੰਦੀ ਸੀ ਇੰਡੀਆ ਦੇ ਵਿੱਚ, ਉੱਥੇ ਉਹ ਕੰਮ ਕਰਦੇ ਸੀਗੇ, ਅਤੇ ਉਹ ਕਹਿੰਦੇ ਜੀ ਗੱਲ ਇਹ ਹੋਈ ਕਿ ਉਸ ਕਾਪਰ ਦੀ ਮਾਈਨਿੰਗ ਜਿਹੜੀ ਹੋ ਕੇ ਜਿਹੜਾ ਕਾਪਰ ਬਣਦਾ ਸੀਗਾ ਉਹ ਅਰਾਊਂਡ ਸਪੋਜ਼ ਕਰੋ ਇਸ ਤਰ੍ਹਾਂ ਕਹਿ ਲਓ ਕਿ ਸਾਨੂੰ 1.50 $1.5 ਪਰ ਯੂਨਿਟ ਪੈਂਦਾ ਹੋਏ, ਅਤੇ ਬਾਹਰੋਂ ਸਾਨੂੰ ਮਾਈਨ ਕੀਤਾ ਪਿਓਰ ਸਾਰਾ ਬਣਿਆ ਬਣਾਇਆ ਕਾਪਰ ਜਿਹੜਾ ਹੈ ਅਰਾਊਂਡ 50 ਸੈਂਟ 'ਚ ਮਿਲ ਜਾਏ। ਵਿਚ ਵਨ ਇਜ਼ ਮੋਰ ਬੈਨੀਫਿਸ਼ੀਅਲ for consumer and as well as for nation, definitely which is actually coming on 0.50 price 50 cent ਦੇ ਚਾਹ ਰਿਹਾ। ਪਰ ਕਹਿੰਦੇ ਵੀ ਕਿਉਂ ਕਾਰਨ ਇਹ ਸੀਗਾ ਕਿ ਉਹ ਜਿਹੜਾ ਕਾਪਰ ਮਾਈਨਿੰਗ ਹੋ ਰਹੀ ਸੀ ਉਹਦਾ ਇੱਕ ਬੈਨੀਫਿਟ ਇੱਕ ਇੰਡਸਟਰੀਅਲ ਫੈਮਿਲੀ ਨੂੰ, ਘਰਾਣੇ ਨੂੰ ਮਿਲ ਰਿਹਾ ਸੀਗਾ। ਠੀਕ ਹੈ ਜੀ, ਲੋਕੀ ਪ੍ਰਾਈਸ ਐਕਸਟਰਾ ਪੇ ਕਰ ਰਹੇ ਨੇ, ਕਰੀ ਜਾਣ ਦੇ ਪੇ, ਕੀ ਫਰਕ ਪੈਂਦਾ ਸਾਨੂੰ ਇਹ ਸੀਗਾ ਕਿ ਸਾਡੀਆਂ ਜੌਬਾਂ ਲੱਗੀਆਂ ਨੇ, ਇਹੋ ਕੇਅਰ। ਸੋ ਇੱਕ ਅਜੀਬ ਤਰ੍ਹਾਂ ਦੀ ਕਹਿੰਦਾ ਖੁਦ ਵੀ ਕਈ ਵਾਰੀ ਹੈਰਾਨਗੀ ਹੋਣੀ ਵੀ ਹੱਦ ਹੋ ਗਈ, ਦੱਸੋ ਕਿ ਕਿਹੜੇ ਕੰਮ ਨੂੰ ਲੱਗੇ ਆ ਵੀ ਇੰਨਾ ਜ਼ਿਆਦਾ ਲੇਬਰ ਫੋਰਸ ਵੀ ਲੱਗ ਰਹੀ, ਪੈਸਾ ਵੀ ਲੱਗ ਰਿਹਾ, ਅਤੇ ਅਲਟੀਮੇਟਲੀ ਸਾਰਾ ਵੇਸਟੇਜ ਹੀ ਹੋ ਰਹੀ ਹੈ। ਪਰ ਇਸ ਤਰੀਕੇ ਦੀਆਂ ਪਾਲਿਸੀਜ਼ ਇਸ ਦੇ ਵਿੱਚੋਂ ਜਿਹੜਾ ਹੈਗਾ ਕੋਈ ਨੇਸ਼ਨ ਬਿਲਡਿੰਗ ਨਹੀਂ ਹੁੰਦੀ। ਨੇਸ਼ਨ ਬਿਲਡਿੰਗ ਸਿਰਫ ਇਹ ਨਹੀਂ ਕਿ ਤੁਸੀਂ ਇੱਕ ਮਤਲਬ ਕਿਸੇ ਦੀ ਜੈ ਕਰ ਲਓ ਅਤੇ ਕਿਸੇ ਨੂੰ ਜਿਹੜਾ ਹੈਗਾ ਥੋੜ੍ਹੇ 2-4 ਨਾਅਰੇ ਲਾ ਲਓ, ਇਹ ਤਾਂ ਬਹੁਤ ਵੱਡੇ ਲੈਵਲ 'ਤੇ ਲੋਕਾਂ ਦੇ ਭਲੇ, ਲੋਕਾਂ ਦੇ ਕਲਿਆਣ ਹਿੱਤ ਕਾਰਜ ਹੋਣਗੇ ਤਾਂ ਬਾਤ ਬਣੇਗੀ। ਖੈਰ ਉਹਨਾਂ ਸਾਰੀਆਂ ਪਾਲਿਸੀਜ਼ ਤੋਂ ਨਿਕਲਿਆ ਹੋਇਆ ਜੋ ਕੁਛ ਅੱਜ ਕਿਸਾਨੀ ਜਿਹੜੀ ਇਹ ਜੂਝ ਰਹੀ ਹੈ ਹੁਣ, ਇਹ ਤੇ ਬੜਾ ਮਤਲਬ ਲੌਂਗ ਟਾਈਮ ਡਿਊ ਸੀ ਸਾਰਾ ਕੁਛ, ਉਹ ਹੁਣ ਜਾ ਕੇ ਥੋੜ੍ਹਾ ਕਿਸੇ ਰੂਪ ਵਿੱਚ ਦੇਖਣ 'ਚ ਮਿਲਿਆ। ਪਿੱਛੇ ਤਾਂ ਕਿਸੇ ਨੇ ਦੇਖਿਆ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ, ਕਿਹਦੇ ਬੈਨੀਫਿਟ ਵਾਸਤੇ ਹੋ ਰਿਹਾ ਕੀ ਸਭ ਕੁਛ। ਅਖੀਰ ਕਰਦਿਆਂ ਉਸ ਜਿਹੜੀ ਸਰਜ਼ਮੀਨ ਸੀਗੀ ਉਹਦੇ 'ਚ ਸਾਨੂੰ ਉਹ ਝੋਨਾ ਕਣਕ ਦੇ ਐਸਾ ਚੱਕਰ ਪਿਆ ਕਿ ਬਾਕੀ ਸਾਰੀ ਫਸਲਾਂ ਹੀ ਮਰ ਗਈਆਂ। ਅਤੇ ਫਸਲਾਂ ਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਡਾਇਵਰਸਿਟੀ ਹੈ ਮਦਰ ਨੇਚਰ ਦਾ ਲਾ ਆ। ਤੁਸੀਂ ਇੱਥੇ ਕੈਨੇਡਾ 'ਚ ਰਹਿੰਦੇ ਹੋ, ਹਾਲਾਂਕਿ ਅਸੀਂ ਬੜੇ ਜਿਹੜਾ ਹੈ ਅਰਬਨ ਏਰੀਏ 'ਚ ਜ਼ਿਆਦਾ ਰਹਿੰਦੇ ਹਾਂ, ਪਰ ਜੇ ਆਪ ਥੋੜ੍ਹਾ ਜਿਹਾ ਰੂਰਲ ਏਰੀਏ ਜਾਓਗੇ ਤਾਂ ਇੱਥੇ ਇੱਕ ਸੀਜ਼ਨ ਹੀ ਹੁੰਦਾ। ਜੇ ਤੁਸੀਂ ਕਿਸੇ ਫਾਰਮ ਦੇ ਕੋਲੋਂ ਲੰਘੇ ਹੋ ਇੱਕ ਸੀਜ਼ਨ ਦੇ ਵਿੱਚ ਸਨੋ ਤੋਂ ਬਾਅਦ, ਜੇ ਉੱਥੇ ਇਸ ਸਾਲ ਤੁਹਾਨੂੰ ਵੀਟ ਦਿਸ ਰਹੀ ਸੀ, ਕਣਕ ਦਿਸ ਰਹੀ ਸੀ, ਮੈਂ ਸ਼ਰਤੀਆ ਗੱਲ ਕਹੀ ਨਾ, ਅਗਲੇ ਸਾਲ ਉਸੇ ਸੇਮ ਫਾਰਮ ਦੇ ਕੋਲ ਲੰਘੋ, ਉੱਥੇ ਵੀਟ ਨਹੀਂ ਹੋਏਗੀ, ਸੋਇਆਬੀਨ ਹੋਏਗੀ, ਮਕਈ ਹੋਏਗੀ, ਕੁਛ ਹੋਰ ਹੋਏਗਾ। ਕਿਉਂਕਿ ਜਿੰਨੀ ਦੇਰ ਤੱਕ ਧਰਤੀ ਦੇ ਵਿੱਚ ਡਾਇਵਰਸਿਟੀ ਨਹੀਂ ਲੈ ਕੇ ਆਓਗੇ, ਉਹਦੀ ਨਾ ਤੇ ਉਹ ਅਕਸ਼ਮਤਾ ਰਹਿਣੀ ਹੈ, ਤੇ ਨਾ ਉੱਥੇ ਉਸ ਕਿਸਮ ਦੀ ਜਿਹੜੀ ਇਹ ਚੀਜ਼ ਉਤਪੰਨ ਹੋ ਸਕੇਗੀ। ਸੋ ਇਹ ਚੀਜ਼ ਜ਼ਰੂਰੀ ਹੁੰਦੀ ਹੈ ਕਿ ਉਹਦੇ ਨਾਲ ਉਸ ਕਿਸਮ ਦੇ ਨਾਲ ਨਾਤਾ ਬਣਾਇਆ ਜਾਏ। ਇਹ ਵੀ ਇੱਕ ਜ਼ਮੀਨ ਦੇ ਨਾਲ ਇੱਕ ਇੰਟਰੈਕਸ਼ਨ ਹੈ, ਇੱਕ ਜ਼ਮੀਨ ਦੇ ਨਾਲ ਵੀ ਇੱਕ ਸਾਂਝ ਹੈ ਤੁਹਾਡੀ। ਖੈਰ ਤਿਲਹਣੀ ਫਸਲਾਂ ਹੁੰਦੀਆਂ ਸੀ ਖੂਬ ਸਾਰੀਆਂ, ਤਿਲ ਵਗੈਰਾ ਇੱਥੇ ਬਹੁਤ ਹੁੰਦੇ ਸੀ, ਮੂੰਗਫਲੀ, ਤਿਲ ਵਗੈਰਾ ਬੜੀ ਖੇਤੀ ਹੁੰਦੀ ਸੀ। ਅਤੇ ਅੱਜ ਕੱਲ੍ਹ ਜਿਵੇਂ ਝੋਨਾ ਤੁਸੀਂ ਦੇਖਦੇ ਹੋ, ਝੋਨੇ ਦੇ ਵਿੱਚ ਵੀ ਕਈ ਵਾਰ ਹੋ ਜਾਂਦਾ ਕਿ ਇੱਕ ਬੁਆੜੀ ਬੂਟਾ ਹੋ ਜਾਂਦਾ। ਬੁਆੜੀ ਬੂਟਾ ਜਿਹੜਾ ਹੁੰਦਾ ਉਹ ਜਿੰਨੇ ਬੂਟੇ ਇਸ ਤਰੀਕੇ ਨਾਲ ਜਿੰਨੇ ਵੀ ਉੱਥੇ ਪਲਾਂਟਸ ਦਿਸਦੇ ਨੇ ਕਿਸੇ ਫਸਲ ਦੇ, ਉਹਦੇ 'ਚੋਂ ਇੱਕ ਬੂਟਾ ਉੱਚਾ ਹੋ ਜਾਂਦਾ। ਜੇ ਫਾਰਮਰ ਐਕਸਪਰਟ ਨਹੀਂ ਹੈਗਾ, ਐਕਸਪੀਰੀਅੰਸਡ ਨਹੀਂ ਹੈਗਾ, ਉਹਨੂੰ ਲੱਗੇਗਾ ਆਹ ਬੂਟਾ ਬੜਾ ਵਧੀਆ, ਇਹਦਾ ਰੰਗ ਵੀ ਵਧੀਆ ਹੈ, ਇਹ ਉੱਚਾ ਵੀ ਹੈ, ਇਹ ਮੋਟਾ ਵੀ ਹੈ, ਤਕੜਾ ਵੀ ਹੈ। ਅਤੇ ਜਿਹੜਾ ਫਾਰਮਰ ਐਕਸਪਰਟ ਆ, ਜਿਹਦੇ ਕੋਲ ਐਕਸਪੀਰੀਅੰਸ ਹੈਗਾ, ਉਹ ਕਹੇਗਾ ਉਹ ਇਹ ਤਾਂ ਗੜਬੜ ਹੋ ਗਈ, ਇਹ ਬੁਆੜੀ ਬੂਟਾ ਆ, ਇਹਨੇ ਦੂਜਿਆਂ ਦੀ ਖੁਰਾਕ ਵੀ ਸਾਰੀ ਖਾ ਜਾਣੀ ਹੈ, ਇਹਨੂੰ ਲੱਗਣਾ ਵੀ ਕੁਛ ਨਹੀਂਗਾ। ਇਹਦੇ ਦਾਣਿਆਂ ਦੇ ਵਿੱਚ ਇਹਨੂੰ ਜਿਹੜੀ ਹੈ ਸਿੱਟਾ ਵੀ ਪਹਿਲਾਂ ਨਿਕਲ ਆਏਗਾ, ਇਹਦੇ ਸਿੱਟੇ ਦੇ ਵਿੱਚ ਲੱਗੇਗਾ ਉਹਨਾਂ ਦਾ ਆਕਾਰ ਵੀ, ਉਹਨਾਂ ਦੀ ਜਿਹੜਾ ਹੈਗਾ ਸ਼ੇਪ ਵੀ ਮੋਟੀ ਹੈ, ਪਰ ਜਿਵੇਂ ਉਹ ਸਾਰਾ ਕੁਝ ਹੋਏਗਾ ਉਹਨੂੰ ਐਵੇਂ ਤੋੜਾਂਗੇ, ਉਹਦੇ 'ਚ ਸਵਾਹ ਭਰੀ ਹੋਏਗੀ। ਇਸ ਧਰਤੀ ਦੇ ਉੱਤੇ ਮਨੁੱਖਾਂ ਦੀ ਦੁਨੀਆ 'ਚ ਗੁਰੂ ਸਾਹਿਬ ਨੂੰ ਮੈਟਾਫੋਰ ਪਾ ਕੇ ਕਿਹਾ
कि नानक गुरु न चेतनी मने अपने सुचेत। ਜਿਹੜੇ ਆਪਣੇ ਆਪ ਨੂੰ ਬੜੀ ਤੋਪ ਮੰਨਦੇ, ਬਲਾ ਮੰਨਦੇ, ਕਹਿੰਦੇ ਲੈ ਗੁਰੂ ਕੀ ਸਿਖਾਏਗਾ, ਗੁਰਦੁਆਰੇ ਜਾ ਕੇ ਸਿੱਖਾਂਗੇ। ਲੈ 15ਵੀਂ ਸਦੀ 16ਵੀਂ ਸਦੀ 'ਚ ਆਇਆ ਹੋਇਆ ਉਪਦੇਸ਼ 21ਵੀਂ ਸਦੀ 'ਚ ਕੀ ਕੰਮ ਆਏਗਾ? ਇਹ ਬੁਆੜੀ ਤੇ ਲੈ। ਇਹਨੂੰ ਇਹਨਾਂ ਨਹੀਂ ਪਤਾ ਕਿ ਉਹ ਭਲੇ ਬੰਦੇ ਜੋ ਅੱਜ ਸਿੱਖ ਰਹੇ ਹੈ, ਫਿਜ਼ਿਕਸ ਪੜ੍ਹ ਰਹੇ, ਕੈਮਿਸਟ ਪੜ੍ਹ ਰਹੇ ਹੈ, ਇਹ ਅੱਜ ਥੋੜ੍ਹਾ ਲਿਖੀ ਗਈ ਹੈ। ਅੱਜ ਦੀ ਸਾਇੰਸ ਵੀ ਕਿਸੇ ਹੋਰ ਤੇ ਨਹੀਂ, ਕਿਤੇ ਨਿਊਟਨ ਤੇ ਖੜੀ ਹੈ, ਕਿਤੇ ਆਇਨਸਟਾਈਨ ਤੇ ਖੜੀ ਹੈ, ਫੋਰ ਫਾਦਰ ਤੇ ਉਹੀ ਹੈਗੇ ਨੇ। ਤੇ ਉਹਨਾਂ ਵੀ ਕੁਝ ਚੀਜ਼ਾਂ ਜਿਹੜੀਆਂ ਡਿਸਕਵਰ ਕਰਕੇ ਦੇ ਦਿੱਤੀਆਂ, ਬਾਕੀ ਤੇ ਬੇਸਿਕ, ਬਾਕੀ ਤੇ ਅੱਗੇ ਥੋੜ੍ਹੀ ਬਹੁਤੀ ਇਨੋਵੇਟਿਵ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਹੀ ਹੈ ਨਾ। ਐਕਚੁਅਲ ਲੈਵਲ ਤੇ ਫਾਰਮੂਲਾ ਤੇ ਉਹੀ ਹੈ। ਸੋ ਇਹ ਰੂਪ ਜਿਹੜਾ ਆ ਅੱਜ ਸਾਇੰਸ ਦੇ 'ਚ ਮੰਨਿਆ ਜਾ ਰਿਹਾ ਹੈ। ਤੇ ਜਿਹੜੀ ਹਿਊਮਨ ਮਾਈਂਡ ਦੀ ਖਾਸ ਕਰਕੇ ਜਿਹਦੇ ਬਾਰੇ ਬਾਤ ਕੀਤੀ ਜਾਏ, ਇਹ ਤਾਂ ਇਤਨਾ ਕੰਪਲੈਕਸ ਇਸ਼ੂ ਹੈ। ਇਹ ਤੇ ਵੱਡੇ ਵੱਡੇ ਸਾਇੰਸਦਾਨ ਜਿਹੜੇ ਨੇ, ਮੈਂ ਤਾਂ ਖੁਦ ਐਕਚੁਅਲੀ ਲੰਬੇ ਸਮੇਂ ਤੋਂ ਐਡਿਕਸ਼ਨ ਤੇ ਮੈਂਟਲ ਹੈਲਥ 'ਚ ਕੰਮ ਕਰ ਰਿਹਾ ਵਾਂ, ਤੇ ਆਪ ਹੈਰਾਨ ਹੋਵੋਗੇ ਕਿ ਚਲੋ ਕੀ ਕਹਿਣਗੇ, ਅੱਛਾ ਐਡਿਕਸ਼ਨ, ਉਹ ਬੜੇ ਇਲੀਟਰੇਟ ਲੋਕ ਜਿਹੜੇ ਨੇ, ਬੜੇ ਅਮੂੜ ਲੋਕ, ਅਨਪੜ੍ਹ ਲੋਕ, ਪੀਪਲ ਹੂ ਆਰ ਲਿਵਿੰਗ ਅੰਡਰ ਪਾਵਰਟੀ, ਦੋਜ਼ ਕਾਈਂਡ ਆਫ ਪੀਪਲ ਮਾਈਟ ਐਕਚੁਅਲੀ deal with this addiction and they might actually get stuck in there. No, physicians, psychologists, psychotherapists, psychiatrists, you name it, ਜਿਹੜੇ ਸਾਰੀ ਉਮਰ ਲੋਕਾਂ ਨੂੰ ਕਾਉਂਸਲਿੰਗ ਕਰਕੇ ਸਮਝਾਉਂਦੇ ਰਹੇ, ਈਵਨ ਐਡਿਕਸ਼ਨ ਕਾਉਂਸਲਰਸ, ਉਹ ਆਪ ਸਟਕ ਉਹਦੇ 'ਚ। ਇਹ ਕੀ ਹੈ? ਉਹਨਾਂ ਨੇ ਕਿਤਾਬਾਂ ਬਹੁਤ ਵਧੀਆ ਤਰੀਕੇ ਨਾਲ ਪੜ੍ਹੀਆਂ, ਉਹਨਾਂ ਨੂੰ ਪਤਾ ਅਸੈਸਮੈਂਟ ਕਿਵੇਂ ਕਰਨੀ ਹੈ, ਸਕਰੀਨਿੰਗ ਕਿਵੇਂ ਕਰਨੀ ਹੈ, ਕਿਵੇਂ ਕਿਸੇ ਦਾ ਕੇਸ ਮੈਨੇਜ ਕਰਨਾ ਹੈ, ਕਿਵੇਂ ਪ੍ਰੋਗਰਾਮ ਬਣਾਉਣਾ, ਐਵਰੀਥਿੰਗ ਦੇ ਨੋ ਇਨ ਵੈਰੀ ਪ੍ਰੋਪਰ ਵੇ, ਇਨ ਵੈਰੀ ਸਫਿਸਟੀਕੇਟਡ ਵੇ, ਬਟ ਵਟ ਦੇ ਡੋਂਟ ਨੋ ਵਟਸ ਗੋਇੰਗ ਔਨ ਇਨਸਾਈਡ ਇਨ ਦੇਅਰ ਮਾਈਂਡ। ਉਹਦਾ ਕੋਈ ਪਤਾ ਨਹੀਂ ਹੈਗਾ। ਇਹ ਹੈ ਉਸ ਰੂਪ ਦੇ 'ਚ ਬੰਦੇ ਦੀ ਇਲਿਟਰੇਸ਼ਨ ਹੋਣੀ। ਇਹ ਸਾਰਾ ਸ਼ਬਦ ਇੱਥੇ ਜਾ ਕੇ ਮੁੱਕਣਾ ਹੈ ਇੰਟੈਲੈਕਚੁਅਲ ਲੈਵਲ 'ਤੇ। ਹੁਣ ਇਹ ਰੂਪ ਜਿਹੜਾ ਆ, ਇਸ ਨੂੰ ਜੇ ਨਾ ਬੰਦਾ ਅਹਿਸਾਸੇਗਾ ਤੇ ਫਿਰ ਕਹੇਗਾ ਮਦਦ ਕਿੱਥੋਂ ਮਿਲੇਗੀ? ਮਦਦ ਆਲੇ ਦੁਆਲੇ 'ਚ ਦੇਖਦੇ ਹਾਂ, ਮੈਂ ਹੰਕਾਰੀ ਹਾਂ, ਮੇਰਾ ਸੱਜਣ ਮਿੱਤਰ ਮੇਰੇ ਤੋਂ ਵੱਡਾ ਹੰਕਾਰੀ ਹੈ, ਕੋਈ ਹੋਰ ਮੇਰਾ ਕੁਲੀਗ ਉਹ ਮੇਰੇ ਤੋਂ ਵੱਡਾ ਹੰਕਾਰੀ ਹੈ। ਸੋ ਹੰਕਾਰ ਨੂੰ ਟਕਰਾ ਰਿਹਾ, ਕਿੱਥੇ ਬਾਤ ਬਣੇਗੀ? ਆਉਣਾ ਤੇ ਉਹਦੇ ਕੋਲ ਪਏਗਾ ਜਿਹੜਾ ਹੰਕਾਰ ਤੋਂ ਮੁਕਤ ਕਰ ਸਕੇ ਤੇ ਮੁਕਤ ਹੋਇਆ ਹੋਏ। ਐਸਾ ਕੌਣ ਆ? ਗੁਰੂ ਨਾਨਕ ਸਾਹਿਬ ਦਾ ਰੁਤਬਾ ਦੇਖੋ ਕਿਆ ਹੈ। ਇੱਥੇ ਤੇ ਜੁਮਾ ਕਿਸੇ ਨੂੰ ਕਿਤੇ 2 ਦਿਨ ਹੋ ਜਾਣ, ਕਿਸੇ ਤਰੀਕੇ ਨਾਲ ਲੋਕ 4 ਗੱਲਾਂ ਸੁਣਨ ਲੱਗ ਜਾਣ ਤੇ ਬੰਦਾ ਇੱਥੇ ਖੜ ਜਾਂਦਾ ਕਿ ਲੈ ਮੈਂ ਤੇ ਪਤਾ ਨਹੀਂ ਕੀ ਬਣ ਗਿਆ। ਜਿਸ ਨੂੰ ਵਕਤ ਦਾ ਹਰ ਆਲਮ ਫਾਜ਼ਲ, ਹਰ ਤਗੜੇ ਤੋਂ ਤਗੜਾ ਜਿਹੜਾ ਹੈਗਾ ਅਦੀਬ, ਵਿਦਵਾਨ, ਸਕਾਲਰ, ਉਹ ਸਿਜਦਾ ਕਰਨਾ ਆਪਣਾ ਕਰਮ ਸਮਝੇ, ਆਪਣਾ ਸਮਝੇ ਭਾਗ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਸਿਜਦਾ ਕਰਨ ਦਾ ਮੌਕਾ ਬਣਿਆ ਅੱਜ। ਐਸੀ ਗੁਰੂ ਨਾਨਕ ਸਾਹਿਬ ਦੀ ਹਸਤੀ, ਜਪਜੀ ਸਾਹਿਬ ਹੀ ਪੜ੍ਹੋ। ਮਹਾਰਾਜ ਪਤਾ ਕੀ ਬਿਆਨ ਕਰਦੇ? ਜੋ ਤੁਸੀਂ ਅਸੰਖ ਦੀ 2nd ਪੌੜੀ ਪੜ੍ਹਦੇ ਹੋ, ਜਿਸ 'ਚ ਅਸੰਖ ਮੂਰਖੰਦ ਕੋਰ, ਅਸੰਖ ਚੋਰ ਹਰਾਮ ਖੋਰ ਕਹਿੰਦੇ ਨੇ, ਉਹ 'ਚ ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਪੰਜਾਬੀ ਜ਼ਬਾਨ ਨੂੰ ਚੰਗੀ ਤਰ੍ਹਾਂ ਵਾਕਫੀਅਤ ਰੱਖਦੇ ਹੋ, ਕਿਤੇ ਘਰ ਪਰਿਵਾਰ ਵਿੱਚ ਜਾਂ ਕਿਤੇ ਆਲੇ ਦੁਆਲੇ ਗੱਲਾਂ ਬਾਤਾਂ ਹੁੰਦੀਆਂ ਹੋਣ ਤੇ ਕੋਈ ਕਿਸੇ ਨੂੰ ਇਹ ਕਹਿ ਦੇ, ਓਏ ਉਹ ਬੰਦਾ ਤੇ ਬੜਾ ਨੀਚ ਹੈ, ਤੂੰ ਤੇ ਬੜਾ ਨੀਚ ਹੈ, ਹੋ ਲਹੂ ਪਾਣੀ ਬਣ ਜਾਏਗਾ। ਬੰਦਾ ਕਹੇਗਾ ਯਾਰ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ। ਹਾਊ ਕੈਨ ਯੂ ਸੇ ਦੈਟ? ਤੂੰ ਮੇਰਾ ਕੀ ਨੀਚਪੁਣਾ ਵੇਖ ਲਿਆ? ਸਮਝਾ ਮੈਨੂੰ ਮਾੜਾ ਜਿਹਾ। ਬੰਦਾ ਆਪਣੇ ਆਪ ਨੂੰ ਜੋ ਮਰਜ਼ੀ ਕਹਿ ਦੇ, ਜੀ ਅਸੀਂ ਤੇ ਕੁਛ ਨਹੀਂ, ਜੀ ਸਾਨੂੰ ਤੇ ਕੁਛ ਵੀ ਨਹੀਂ ਪਤਾ। ਬੰਦੇ ਦਾ ਪੈਰ ਵਜਨ ਨਹੀਂ ਚੱਕਦੇ ਬੰਦੇ। ਇਹ ਕਹੇ ਆਪਣੇ ਆਪ ਨੂੰ ਮੈਂ ਤੇ ਬੜਾ ਨੀਚ ਹਾਂ ਜੀ, ਹੱਦ ਹੋ ਗਈ ਏ। ਜੇ ਕੋਈ ਕਹਿ ਵੀ ਦੇ ਕਿਸੇ ਤਰੀਕੇ ਨਾਲ ਤੇ ਦੂਸਰਾ ਬੰਦਾ ਕਹੇਗਾ ਤੂੰ ਐਵੇਂ ਕਿਵੇਂ ਕਹਿ ਸਕਦਾ? ਨਾ ਐਵੇਂ ਨਹੀਂ ਕਹੀਦਾ। ਬਾਬਾ ਨਾਨਕ ਵਰਗੀ ਹਸਤੀ, ਨਾਨਕ ਨੀਚ ਕਹੇ ਵਿਚਾਰ, ਇਹ ਉਹ ਹਸਤੀ ਏ ਜਿਹਦੇ 'ਚ ਬਸ ਹੋਰ ਕੁਛ ਨਹੀਂ, ਕਰਤਾਰ ਦੀ ਜੋਤ ਹੀ ਹੈ। ਆਪਣੀ ਹੋਂਦ, ਆਪਣੀ ਹਸਤੀ ਮਿਟਾ ਦਿੱਤੀ ਉਸ ਜੋਤ ਦੇ ਵਿੱਚ, ਹੈ ਹੀ ਕੁਛ ਨਹੀਂ। ਸੋ ਐਸੀ ਹਸਤੀ ਦੇ ਚਰਨ ਫੜਾਂਗੇ ਤੇ ਕੁਝ ਮੁਕਤੀ ਹੋਏਗੀ, ਕੁਝ ਹਉਮੈ ਤੋਂ ਮੁਕਤ ਹੋਵਾਂਗੇ। ਨਹੀਂ ਤੇ ਹਉਮੈ ਮੈਲ ਹੈ ਤੇ ਮੈਲ ਤੇ ਗੁਮਾਨ ਆ, ਤੇ ਜਿਹਨੂੰ ਬੰਦੇ ਨੂੰ ਮੈਲ ਤੇ ਹੀ ਗੁਮਾਨ ਹੋਏ ਬਸ ਉਹਨੂੰ ਤੇ ਬਚਾਏਗਾ ਕੌਣ ਫਿਰ? ਜਿਹੜੀ ਚੀਜ਼ ਸਪੋਜ਼ ਕਰੋ ਕਿਸੇ ਦਾ ਘਰ ਮੈਲਾ ਹੋਏ ਤੇ ਕੋਈ ਬਾਹਰੋਂ ਆਏ ਤੇ ਉਹਨੂੰ ਆ ਕੇ ਮੈਲ ਵਿਖਾਏ, ਆਹ ਦੇਖੋ ਸਾਡਾ ਫਲੋਰ ਕਿੰਨਾ ਮੈਲਾ, ਦੇਖੋ ਤੁਸੀਂ ਸਾਡੀ ਕਿਚਨ ਕਿੰਨੀ ਮੈਲੀ, ਬੰਦਾ ਕਹੇਗਾ ਇਹਦੇ ਸੁਧਾਰ ਤੇ ਕੋਈ ਪੋਸੀਬਿਲਿਟੀ ਨਹੀਂ ਹੈ। ਵੀ ਮੈਲ ਤੇ ਵੀ ਕਾਹਦਾ ਗੁਮਾਨ?
ਮੈਲ ਤੇ ਵੀ ਕਾਹਦੀ ਵਡਿਆਈ, ਪਰ ਜਿਹਨੂੰ ਮੈਲ ਦੀ ਵਡਿਆਈ ਹੋਏ, ਹੰਕਾਰ, ਸਭ ਕਹਿੰਦੇ ਉਹਦਾ ਕੋਈ ਉਹਨੂੰ ਬਚਾ ਨਹੀਂ ਸਕਦਾ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮੈਲ ਖੋ ਜਾਣੀ, ਖੋ ਜਾਣੀ ਮਤਲਬ ਜਿਹੜੀ ਚੀਜ਼ ਮੁੜ ਕੇ ਨਾ ਆਵੇ, ਜਿਹੜੀ ਚੀਜ਼ ਨੂੰ ਬਿਲਕੁਲ ਤੁਸੀਂ ਜੜੋਂ ਪੱਟ ਦਿਓ, ਖੋ ਜਾਂਦੀ ਹੈ, ਮਤਲਬ ਲੋਸਟ ਹੋ ਗਈ। ਐਕਚੁਅਲੀ ਵੀ ਐਲੀਮੀਨੇਟਿਡ ਕੰਪਲੀਟਲੀ, ਦੈਟ ਇਜ਼ ਖੋ ਜਾਣਾ। ਸੋ ਉਹਦੀ ਬਾਤ ਕੀਤੀ, ਗੁਰੂ ਦੇ ਸ਼ਬਦ ਦੀ ਮਦਦ ਨਾਲ ਇਹ ਚੀਜ਼ ਐਲੀਮੀਨੇਟ ਕਰ ਦਿੱਤੀ। ਤੇ ਇਹ ਸ਼ਬਦ, ਤੇ ਸ਼ਬਦ ਇਹ ਹੈ, ਫਿਰ ਸ਼ਬਦ ਨਾਲ ਇੱਕ ਵਾਰੀ ਜੁੜ ਜਾਏ ਜਿਹੜੀ ਸੁਰਤ ਜਾਂ ਜਿਹੜੀ ਸੋਚ, ਸ਼ਬਦ ਉਹਨੂੰ ਫਿਰ ਛੱਡਦਾ ਨਹੀਂ ਮੁੜ ਕੇ। ਸ਼ਬਦ ਦੀ ਇਹੀ ਖਾਸੀਅਤ ਹੈ, ਸ਼ਬਦ ਫਿਰ ਉਹਦੇ ਨਾਲ ਅੰਗੇਜ ਹੋ ਜਾਂਦਾ ਆ, ਫਿਰ ਉਹ ਸ਼ਬਦ ਲਗਾਤਾਰ ਅੰਦਰ ਹੀ ਗੂੰਜਦਾ, ਅੰਦਰ ਹੀ ਬੋਲਦਾ। ਸਿੱਖਿਆ ਆ ਨਾ, ਉਹ ਫਿਰ ਸਿੱਖਿਅਕ ਰੂਪ ਦੇ ਵਿੱਚ ਵਾਰ-ਵਾਰ ਕਹਿੰਦੀ ਹੈ ਕਿ ਕੀ ਅਮਲ ਕਰਨਾ ਹੈ, ਕੀ ਕਰਮ ਕਰਨਾ ਹੈ। ਇਹੀ ਇਨਲਾਈਟਮੈਂਟ ਆ। ਹੋਰ ਪਹਿਲੇ ਮੈਂ ਬੇਨਤੀ ਕੀਤੀ, ਕੋਈ ਉਹੋ ਜਿਹੀ ਕੋਈ ਰੌਸ਼ਨੀ ਨਹੀਂ, ਕੋਈ ਦੀਵਾ ਬਲੇਗਾ, ਤੇ ਬਲਕਿ ਪੈਰਾਨੋਇਡਸ ਹੋਣ ਹੋ ਜਾਂਦੇ ਲੋਕਾਂ ਨੂੰ ਕਈ ਵਾਰੀ। ਆਪਨੇ ਪੰਜਾਬ ਦੀ ਫਿਜ਼ਾਂ 'ਚ ਦੇਖੇ ਵੀ, ਇੱਥੇ ਵੀ ਮਿਲ ਜਾਂਦੇ ਕਈ ਵਾਰੀ ਲੋਕ ਜਿਹੜੇ ਕਹਿੰਦੇ ਜੀ ਮੇਰੇ ਅੰਦਰ ਤੇ ਇਸ ਤਰ੍ਹਾਂ ਦੀਵਾ ਬਲਦਾ ਆ, ਮੈਨੂੰ ਤੇ ਆਵਾਜ਼ਾਂ ਸੁਣਦੀਆਂ, ਮੈਨੂੰ ਤੇ these are all actually kind of hallucinations. We cannot say that someone is enlightened on that level. No. ਇਹ ਤੇ ਜਸਟ ਇੱਕ ਬੰਦੇ ਦਾ ਇੱਕ ਲੋਅਰ ਲੈਵਲ ਆ ਜਾਂਦਾ ਹੈ। ਇੱਥੇ ਤੇ ਬਾਤ ਇਹ ਹੈ ਕਿ ਬੰਦੇ ਨੂੰ ਜੀਵਨ ਦੀ ਸਹੀ ਆਭਾ ਦਾ ਪਤਾ ਲੱਗੇ, ਰਿਐਲਿਟੀ ਦੇ ਸੱਚਿਆਰ ਹੋਣਾ ਹੈ, ਤੇ ਸੱਚਿਆਰ ਕੇ ਸੱਚ ਦੇ ਗਰਾਊਂਡ ਤੇ ਖੜੇ ਹੋਣਾ ਹੈ। ਪਰਸਨ ਹੂ ਇਜ਼ ਏਬਲ ਟੂ ਪਰਸੀਵ ਰਿਐਲਿਟੀ ਔਨ ਰਿਐਲਿਟੀ ਬੇਸਿਸ, ਦੈਟ ਇਜ਼ ਸੱਚਿਆਰ। ਸੋ ਇਹਦੀ ਬਾਤ ਕੀਤੀ ਗਈ ਕਿ ਹਉਮੈ ਮੈਲ ਲਾਗੀ ਗੁਰੂ ਸ਼ਬਦੀ ਖੋਵੈ, ਮਨ ਨਿਰਮਲ ਅਨੰਦਿਨ ਭਗਤੀ ਰਾਤਾ। ਜਿੰਨਾ ਮਨ ਨਿਰਮਲ ਹੋਏਗਾ, ਮੈਲ ਰਹਿਤ ਹੋਏਗਾ, ਅਨੰਦਿਨ ਭਗਤੀ 'ਚ ਲੱਗੇਗਾ। ਅਦਰਵਾਈਜ਼ ਮੈਲ ਤੇ ਗ੍ਰੈਬ ਕਰਨੀ, ਮਤਲਬ ਜਿਹਨੂੰ ਮੈਲ ਦੀ ਆਦਤ ਪੈ ਜਾਏ, ਇੱਕ ਜਿਵੇਂ ਲਾਈਫ ਸਟਾਈਲ ਹੀ ਹੁੰਦਾ ਹੈ। ਆਪ ਦੇਖੋਗੇ ਮੈਂਟਲ ਹੈਲਥ ਦੇ ਵਿੱਚ ਜਦੋਂ ਅਸੈਸਮੈਂਟ ਕੀਤੀ ਜਾਂਦੀ ਹੈ, ਸਭ ਤੋਂ ਪਹਿਲਾਂ ਹਾਈਜੀਨ ਤੇ ਪੁੱਛਿਆ ਜਾਂਦਾ ਹੈ ਕਿ ਇੰਡੀਵਿਜੂਅਲ ਇਸ਼ਨਾਨ ਕਰਦਾ, ਨਹਾਉਂਦਾ ਹੈ? ਹਾਂ, ਨਹਾ ਲੈਂਦਾ ਜੀ। ਕੱਪੜੇ ਮੈਲੇ ਪਾਉਂਦਾ, ਧੋਤੇ ਪਾਉਂਦਾ ਹੈ ਜੀ? ਧੋਤੇ ਕੱਪੜੇ ਪਾਉਂਦਾ ਹੈ। ਅੱਛਾ, ਖਾਣਾ ਐਵੇਂ ਬੇਢਵਾਈ ਖਾ ਲੈਂਦਾ ਕਿ ਪੱਕਿਆ ਖਾਂਦਾ, ਸਹੀ ਖਾਂਦਾ? ਚੁਣ ਕੇ ਨਹੀਂ ਜੀ, ਖਾਣੇ ਦੀ ਚੋਇਸ ਬੜੀ ਵਧੀਆ ਹੈ ਭਾਈ, ਬਾਕੀ ਜੋ ਮਰਜ਼ੀ ਹੋਏ। ਬਿਸਤਰਾ ਕਿੱਦਾਂ, ਸਾਫ ਸੁਥਰਾ ਜਗ੍ਹਾ 'ਤੇ ਸੌਣਾ ਪਸੰਦ ਕਰਦਾ? ਹਾਂ, ਉਹ ਤਾਂ ਬਿਲਕੁਲ ਕਹਿੰਦਾ ਵੀ ਮੈਨੂੰ ਵਧੀਆ ਚਾਹੀਦਾ, ਸ਼ੂਜ਼ ਵੀ ਵਧੀਆ ਚਾਹੀਦੇ ਨੇ, ਸਭ ਕੁਛ। ਇਹਦਾ ਮਤਲਬ ਮੈਂਟਲ ਹੈਲਥ ਬਿਲਕੁਲ ਠੀਕ ਹੈ। ਬਾਕੀ ਬਿਹੇਵੀਅਰਲ ਇਸ਼ੂਜ਼ ਨੇ। ਜਿੱਥੇ ਜੀ ਨਹਾਉਂਦਾ, ਨਹੀਂ ਜੀ ਨਹਾਉਂਦਾ ਕਿੱਥੇ ਹੈ, ਇਹ ਤੇ 5-5 ਦਿਨ ਨਹੀਂ ਨਹਾਉਂਦਾ। ਇਹਨੂੰ ਇਹ ਹੁਣ ਫਰਕ ਕਰਨਾ ਔਖਾ ਹੋ ਗਿਆ ਕਿ ਕਿਹੜਾ ਜਿਹੜੀ ਹੈ ਲਾਈਫ ਸਟਾਈਲ ਉਹ ਰਹਿਣ ਵਾਲੀ ਹੈ, ਕਿਹੜਾ ਲਾਈਫ ਸਟਾਈਲ ਰਹਿਣ ਵਾਲਾ ਨਹੀਂਗਾ। ਦੈਟ ਇਜ਼ ਇਸ਼ੂ। ਕੱਪੜੇ ਜੀ ਪਤਾ ਹੀ ਕੁਛ ਨਹੀਂ, ਬੋ ਆ ਰਹੀ ਹੈ, ਨਹੀਂ ਦੂਜੇ ਕਹਿੰਦੇ ਮੁਸ਼ਕ ਆਉਂਦੀ ਤੇਰੇ ਕੋਲੋਂ, ਕੱਪੜੇ ਲਾ, ਮੀਨ ਸਮਥਿੰਗਸ ਨਾਟ ਗੁੱਡ। ਇਹ ਐਕਚੁਅਲੀ ਪਹਿਲਾ ਕ੍ਰਾਈਟੀਰੀਆ ਆ। ਜਦੋਂ ਮੈਂਟਲੀ ਬੰਦਾ ਇਸ ਲੈਵਲ ਤੇ ਆਪਣੇ ਹਾਈਜੀਨ ਦਾ ਖਿਆਲ ਨਹੀਂ ਕਰਦਾ, ਰਹਿਣ ਸਹਿਣ ਦਾ ਖਿਆਲ ਨਹੀਂ ਕਰਦਾ, ਮਤਲਬ ਬਿਮਾਰ ਹੈ, ਮਤਲਬ ਉਹਨੂੰ ਮੈਂਟਲੀ ਇਸ਼ੂ ਹੈ। ਤੇ ਜਿਹੜਾ ਬੰਦਾ ਵਿਚਾਰਾਂ ਦੀ ਦੁਨੀਆ ਦੇ ਵਿੱਚ ਜੋ ਕੂੜ ਕਬਾੜ, ਕਿਸੇ ਨੇ ਨਿੰਦਿਆ, ਚੁਗਲੀ, ਬਖੀਲਗੀ, ਜੋ ਮਾੜਾਪਨ ਵੇਖੀ ਵੀ ਗਿਆ, ਸੁਣੀ ਵੀ ਗਿਆ। ਅੱਜ ਕੱਲ੍ਹ ਤੇ ਫੋਨ ਤੋਂ ਵਧੀਆ ਚੀਜ਼ ਹੀ ਕੁਛ ਨਹੀਂ ਹੈ, ਸੋਸ਼ਲ ਮੀਡੀਆ। ਜੋ ਕੂੜ ਕਬਾੜ ਬੰਦਾ ਅੰਦਰ ਸੱਟੀ ਜਾ ਰਿਹਾ ਹੈ, ਪ੍ਰੋਸੈਸ ਹੋਈ ਜਾ ਰਿਹਾ ਸਾਰਾ ਕੁਝ, ਮਤਲਬ ਮਾਨਸਿਕ ਤੌਰ ਤੇ ਬਿਮਾਰ ਹੈ ਬੰਦਾ, ਹੋਰ ਕੀ ਹੈ। ਜਿਹਨੂੰ ਇਹ ਨਹੀਂ ਪਤਾ ਵੇਖਣਾ ਕੀ ਹੈ, ਸੁਣਨਾ ਕੀ ਹੈ, ਉਹ ਸੁਣੇ ਵੇਖੇ ਦਾ ਅਸਰ ਕੀ ਹੋਣਾ ਹੈ ਮੇਰੇ ਉੱਤੇ, ਮੇਰੇ ਪਰਿਵਾਰ ਤੇ, ਮੇਰੇ ਆਲੇ ਦੁਆਲੇ ਤੇ। ਸਿਮਰਨ ਨਹੀਂ ਹੈ ਸਾਰਾ। ਸੋ ਦੀ ਫਿਰ ਭਗਤੀ ਨਿਰਮਲਤਾ ਚੋਂ ਭਗਤੀ ਨਿਕਲਦੀ। ਜਿੱਥੇ ਮੈਲ ਹੀ ਮੈਲ ਆ, ਉੱਥੇ ਭਗਤੀ ਥੋੜਾ ਆ, ਉਹ ਤਾਂ ਸਾਡੀ ਖੁਆਰੀ ਹੈ। ਤੇ ਖੁਆਰੀ ਬੰਦਾ ਸਹੇੜ ਰਿਹਾ ਲਗਾਤਾਰ ਉਸ ਰੂਪ ਦੇ ਵਿੱਚ, ਰੋਈ ਵੀ ਜਾ ਰਿਹਾ ਤੇ ਪਤਾ ਵੀ ਨਹੀਂ ਲੱਗ ਰਿਹਾ। ਜਿਵੇਂ ਸਪੋਜ਼ ਕਰੋ ਨਾ, ਜਿਵੇਂ ਚੀਜ਼ਾਂ ਕਈ ਵਾਰੀ ਹੁੰਦੀਆਂ ਨੇ ਕਿ ਜਿਵੇਂ ਹੁਣ ਅੱਜ ਕੱਲ੍ਹ ਤੇ ਹਾਲਾਤ ਕੁਝ ਬਦਲ ਗਏ। ਅਦਰਵਾਈਜ਼ ਫਾਰਮਿੰਗ ਲਾਈਫ ਹੁੰਦੀ ਸੀ ਮੋਸਟਲੀ ਲੋਕਾਂ ਦੀ। ਤੇ ਮੈਂ ਤੇ ਫੋਕਲੋਰ 'ਚ ਕਾਫੀ ਪੜ੍ਹਿਆ ਇਹਦੇ ਬਾਬਤ। ਬੱਚੇ ਜਾਨਵਰਾਂ ਨਾਲ ਖੇਡਦੇ ਹੁੰਦੇ ਸੀ, ਤੇ ਜਾਨਵਰਾਂ ਦੇ ਕੋਲ ਆਮ ਕਰਕੇ ਚਿੱਚੜ, ਜੂਆਂ ਇਹ ਹੁੰਦੀਆਂ ਸੀਗੀਆਂ ਪਸ਼ੂਆਂ ਨੂੰ, ਮੱਝਾਂ, ਗਾਵਾਂ, ਕੁੱਤਿਆਂ ਨੂੰ, ਇਹਨਾਂ ਸਭ ਨੂੰ। ਜਾਂ ਇੱਕ ਬਹੁਤ ਛੋਟਾ ਜਿਹਾ ਇੱਕ ਜਿਹੜਾ ਹੈਗਾ ਕ੍ਰੀਚਰ ਕਹਿ ਲਓ, ਜਾਂ ਇੱਕ ਬੜਾ ਛੋਟਾ ਜਿਹਾ ਬੱਗ, ਉਹ ਹੁੰਦਾ ਸੀ ਪਿੱਸੂ, ਬਹੁਤ ਅਦਨਾ ਜਿਹਾ। ਉਹ ਆਮ ਕਰਕੇ ਛੋਟੇ ਜਿਹੜੇ
ਮਤਲਬ ਕਫ ਹੁੰਦੇ ਸੀਗੇ ਜਿਹੜੇ ਖਾਸ ਕਰਕੇ ਗਾਵਾਂ ਮੱਝਾਂ ਦੇ ਬੱਚੇ ਜਾਂ ਕੁੱਤਿਆਂ ਦੇ ਬੱਚੇ ਜਿਹੜੇ ਘਰਾਂ 'ਚ ਆਮ ਜਾਨਵਰ ਹੁੰਦੇ ਸੀਗੇ, ਉਹਨਾਂ ਨੂੰ ਬਹੁਤ ਬੌਦਰ ਕਰਦਾ ਸੀਗਾ। ਅਤੇ ਕਈ ਵਾਰ ਇਹ ਹੋਣਾ ਕਿ ਬੱਚੇ ਨੇ ਰੋਈ ਜਾਣਾ ਛੋਟੇ ਬੱਚੇ ਨੇ, ਅਤੇ ਜਿਹੜੇ ਸਿਆਣੇ ਮਾਵਾਂ ਹੁੰਦੀਆਂ ਸੀ, ਦਾਦੀਆਂ ਹੁੰਦੀਆਂ ਸੀ, ਉਹ ਅੰਦਾਜ਼ਾ ਲਾ ਲੈਂਦੀਆਂ ਸੀ। ਉਹ ਕਿਸੇ ਨੇ ਕਹਿਣਾ ਪਤਾ ਹੀ ਨਹੀਂ ਲੱਗ ਰਿਹਾ, ਭੁੱਖਾ ਵੀ ਨਹੀਂ, ਖਾ ਵੀ ਲਿਆ, ਪਤਾ ਨਹੀਂ ਕਿਉਂ ਰੋਈ ਜਾਂਦਾ। ਹੁਣ ਉਹਨਾਂ ਨੂੰ ਕੀ ਪਤਾ ਕਿ ਇਹਨੂੰ ਕੁਝ ਪਿੱਸੂ ਤੰਗ ਕਰ ਰਹੇ ਨੇ। ਕਿਤੇ ਕਿਤੇ ਕੰਨ ਪਿੱਛੇ ਕਿਤੇ ਇਸ ਜਗ੍ਹਾ ਤੇ ਬੈਠ ਗਿਆ ਆ ਕੇ, ਤੇ ਉਹਨੇ ਮਤਲਬ ਉਹਨੂੰ ਬੱਚੇ ਨੂੰ ਰਵਾਈ ਜਾਣਾ ਆ। ਕਿਤੇ ਕਮਰ 'ਚ ਕਿਤੇ ਬੈਠ ਗਿਆ, ਕਈ ਵਾਰ ਕੋਈ ਚਿੱਚੜ ਲੱਗ ਜਾਣਾ। ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਐਕਚੁਅਲ ਲੈਵਲ ਤੇ ਇਹਦੀਆਂ ਮਿਸਾਲਾਂ ਵੀ ਮਿਲਦੀਆਂ ਮੈਟਾਫੋਰ ਤੋਂ, ਤੇ ਬਾਣੀ ਵਿੱਚ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚ। ਹੁਣ ਇਹ ਜਿਹੜੀ ਚੀਜ਼ ਆ, ਜਿਵੇਂ ਹਉਮੈ ਇਹੋ ਜਿਹੀ ਚੀਜ਼ ਹੈ ਜਿਹਨੂੰ ਸਾਹਿਬ ਨੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਸੀਂ, ਕਾਹਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪਨ ਵੱਡਾ ਹੈ, ਕੰਡ ਨੋਟ ਪਨ ਵੱਡਾ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਕੰਡਾ ਇਹ ਵੀ ਉਹੋ ਜਿਹੀ ਨੇਟਿਵ ਲਾਈਫ ਜਿਹੜੇ ਲੋਕ ਜੀਂਦੇ ਸੀਗੇ। ਅੱਜ ਕੱਲ੍ਹ ਤੇ ਬੱਚਿਆਂ ਨੂੰ ਇਹ ਕਹਿ ਦਿਓ ਕਿ ਤੇਰੇ ਸ਼ੂਜ਼ ਲੈ ਕੇ ਆਇਆ ਨਵੇਂ, ਤੇ ਸ਼ੂਜ਼ ਓਕੇ ਬਟ ਯੂ ਹੈਵ ਟੂ ਟਰਾਈ ਇਟ, ਨੋ ਆਈ ਵਿਲ ਟਰਾਈ ਟੁਮਾਰੋ। ਵਟ? ਉਹ ਬੜੀ ਮੁਸ਼ਕਿਲ ਨਾਲ ਆਏ, ਅੱਜ ਕੱਲ੍ਹ ਕੋਵਿਡ ਟਾਈਮ ਆ, ਬਾਏ ਕਰਕੇ ਲੈ ਕੇ ਆ, ਦੇਖ ਤੇ ਲੈ, ਟਰਾਈ ਕਰ ਲੈ, ਨੋ ਆਈ ਵਿਲ ਟਰਾਈ ਐਕਚੁਅਲੀ ਟੁਮਾਰੋ, ਇਟਸ ਨੋਟ ਅ ਬਿਗ ਡੀਲ। ਚਲੋ ਕਿਸੇ ਤਰੀਕੇ ਨਾਲ ਮਨਾਇਆ ਵੀ ਤੂੰ ਭਾਈ ਟਰਾਈ ਕਰ ਲੈ, ਵਾਸਤਾ ਰੱਬ ਦਾ, ਐਵੇਂ ਪੈਸੇ ਬੇਕਾਰ ਜਾਣਗੇ। ਬੱਚੇ ਥੋੜ੍ਹਾ ਜ਼ਿੰਦਗੀ ਜੀ ਰਹੇ, ਜ਼ਿੰਦਗੀ ਤਾਂ ਅਸੀਂ ਉਹਨਾਂ ਦੀ ਜੀ ਰਹੇ ਹਾਂ, ਧੱਕੇ ਖਾ ਰਹੇ ਹਾਂ ਸਾਰੇ ਉਸ ਰੂਪ ਵਿੱਚ। ਮੋਸਟਲੀ ਕੈਨੇਡੀਅਨ ਦਾ ਹਾਲ ਹੈ ਜਾਂ ਨਾਰਥ ਅਮਰੀਕਾ ਦੇ। ਉਹ ਕਿਸੇ ਤਰੀਕੇ ਨਾਲ ਉਹਨੂੰ ਮਨਾਇਆ ਤੇ ਸ਼ੂਜ਼, ਵਾਟ ਦਿਸ ਕਲਰ, ਆਈ ਐਮ ਨੋਟ ਗੋਨਾ ਵੀਅਰ ਇਟ, ਵਟ ਡੂ ਯੂ ਥਿੰਕ? No, are you crazy? I'm not, I will buy another one. Forget about it. ਹੱਦ ਹੋ ਗਈ। ਉਹ ਇੰਨੇ ਮਹਿੰਗੇ ਸ਼ੂਜ਼ ਲਿਆਂਦੇ, ਇੰਨੀ ਮਿਹਨਤ ਕਰਕੇ ਲੈ ਕੇ ਆਏ, ਸਪੈਸ਼ਲ ਸ਼ਾਪਿੰਗ ਕਰਕੇ ਲਿਆ ਇਸ ਟਾਈਮ ਦੇ, ਤੂੰ ਪਾ ਲੈ ਨਾ। ਉਹਨੂੰ ਇਹ ਦੱਸਿਆ ਜਾਏ ਕਿ ਨਾ ਲੋਕਾਂ ਦੇ ਕੋਲ ਪਾਉਣ ਵਾਸਤੇ ਸ਼ੂਜ਼ ਨਹੀਂ ਹੁੰਦੇ। ਉਹ ਕਹੇਗਾ ਆਰ ਯੂ ਕ੍ਰੇਜ਼ੀ? ਇਹ ਕਹੋ ਕਿ ਬ੍ਰਾਂਡ ਨਹੀਂ ਮਿਲਦਾ, ਪਰ ਸ਼ੂਜ਼ ਇਹ ਤੇ ਈਜ਼ੀਲੀ ਅਵੇਲੇਬਲ ਨੇ। ਮੇਰੇ ਕੋਲ 15 ਪੇਅਰ ਹੈਗੇ ਨੇ। ਤੈਨੂੰ ਨਹੀਂ ਪਤਾ ਉਸ ਲਾਈਫ ਦਾ, ਉਸ ਜ਼ਿੰਦਗੀ ਦਾ। ਮੇਰੇ ਵੀਰ ਜੀ ਹੈਗੇ ਨੇ ਇੱਥੇ, ਮੈਰੀਨ ਵਿੱਚ ਕੰਮ ਕਰਦੇ ਰਹੇ, ਜਿਹੜੀ ਹੁੰਦੀ ਏ ਖਾਸ ਕਰਕੇ ਸਿਵਲ ਮੈਰੀਨ, ਜਿਹੜੀ ਸਾਰਾ ਚੱਲਦਾ ਹੈ, ਸ਼ਿਪਿੰਗ ਚੱਲਦੀ, ਜਿਹੜੀ ਸ਼ਿਪਿੰਗ ਲਾਈਨ ਦੇ ਵਿੱਚ। ਅਤੇ ਉਹ ਕਹਿੰਦੇ ਕਿ ਅਫਰੀਕਾ ਕਈ ਵਾਰੀ ਜਾਣਾ, ਅਤੇ ਉੱਥੇ ਸ਼ਿਪ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਲੋਕਾਂ ਨੇ ਆ ਜਾਣਾ, ਕਾਲੇ ਰੰਗ ਵਾਲਿਆਂ ਨੇ, ਸ਼ਾਹਮੂਲ ਦੇ ਲੋਕ ਉੱਥੇ, ਅਤੇ ਉਹਨਾਂ ਨੇ ਛੋਟੀਆਂ ਚੀਜ਼ਾਂ ਮੰਗਣੀਆਂ। ਕਈ ਵਾਰੀ ਉਹਨਾਂ ਨੇ, ਮੈਂ ਕਹਿੰਦੇ ਕਾਲਾ ਆਇਆ ਅਤੇ ਸ਼ੂਜ਼ ਮੇਰੇ ਕੋਲ ਪੁਰਾਣੇ ਜਿਹੇ ਪਏ ਸੀ, ਕਹਿੰਦੇ ਮੈਨੂੰ ਇਹ ਸ਼ੂਜ਼ ਦੇ ਦੇ। ਉਹ ਮੈਂ ਕਿਹਾ ਉਹਦੇ ਪੈਰ ਏਡੇ ਏਡੇ ਵੱਡੇ, ਅਤੇ ਮੇਰੇ ਪੈਰ ਬੜੇ ਛੋਟੇ ਜਿਹੇ ਮੁਕਾਬਲਤਨ। ਉਹ ਮੈਂ ਕਿਹਾ ਤੇਰੇ ਤਾਂ ਪੈਰ ਹੀ ਬਹੁਤ ਵੱਡੇ ਨੇ, ਤੈਨੂੰ ਫਿੱਟ ਹੀ ਨਹੀਂ ਹੋਣੇ। ਕਹਿੰਦੇ ਇਟਸ ਓਕੇ, ਪਲੀਜ਼ ਗਿਵ ਮੀ। ਕਿਤੇ ਮੈਂ ਉਹਨੂੰ ਦਿੱਤੇ, ਉਹ ਮੈਨੂੰ ਮੱਥੇ ਟੇਕੀ ਜਾ, ਮਤਲਬ ਇੰਨੀ ਜ਼ਿਆਦਾ ਰਿਸਪੈਕਟ। ਅੱਗੋਂ ਕੀ ਕੀਤਾ ਉਹਨੇ, ਉਸੇ ਵਕਤ ਸ਼ੂ ਅੱਗੇ ਪਾਸੇ ਓਨਾ ਹੀ ਕੱਟ ਲਿਆ ਜਿੰਨਾ ਕੁ ਉਹਦਾ ਪੈਰ ਬਾਹਰ ਨਿਕਲਣਾ ਸੀਗਾ, ਅੱਧਾ ਪੈਰ ਬਾਹਰ ਅੱਧਾ ਵਿੱਚ, ਤੇ ਸ਼ੂਜ਼ ਪਾ ਲਏ। ਕਹਿੰਦਾ ਐਟਲੀਸਟ ਮੇਰਾ ਕੁਛ ਪੈਰ ਤੇ ਸੇਵ ਹੋਏਗਾ। ਉਹ ਕਹਿੰਦੇ ਮੈਨੂੰ ਅਹਿਸਾਸ ਹੋਇਆ ਵੀ ਓ ਮਾਈ ਗੁੱਡਨੈਸ, ਹਾਊ ਪ੍ਰਿਵਿਲੇਜਡ ਆਰ ਵੀ। ਸਾਨੂੰ ਕਿੰਨੀ ਪ੍ਰਿਵਿਲੇਜ ਆ, ਕਿੰਨਾ ਕੁਝ ਸਾਨੂੰ ਅਹਿਸਾਸ ਹੀ ਨਹੀਂ ਕਿ ਇਹ ਵੀ ਇੱਕ ਜ਼ਿੰਦਗੀ ਹੁੰਦੀ ਹੈ। ਪਰ ਜਿਨ੍ਹਾਂ ਨੇ ਨੰਗੇ ਪੈਰ ਸਵੇਰ ਤੋਂ ਸ਼ਾਮ ਤੱਕ ਤੁਰੇ ਰਹਿਣਾ ਉਸ ਰੂਪ ਦੇ ਵਿੱਚ, ਤੇ ਹੁਣ ਪੈਰਾਂ ਦੇ ਚਰੋੜੇ ਵੀ ਵੱਜਣਗੇ, ਕੰਡੇ ਵੀ ਵੱਜਣਗੇ। ਹੁਣ ਪੈਰ 'ਚ ਕਿਤੇ ਕੰਡਾ ਵੱਜ ਗਿਆ, ਤੇ ਉਹ ਆਮ ਤੁਰਿਆਂ ਤੇ ਕੁਛ ਨਹੀਂ ਪਤਾ ਲੱਗਦਾ, ਪਰ ਕਿਤੇ ਉਸ ਕੰਡੇ ਲੱਗੇ ਦੇ ਥੱਲੇ ਕੋਈ ਹੋਰ ਡਾਢੀ ਚੀਜ਼ ਆ ਜਾਂਦੀ, ਕੋਈ ਬੰਪੀ ਚੀਜ਼, ਤੇ ਫਿਰ ਚੁੱਭਦਾ, ਤੇ ਫਿਰ ਪੀੜ ਹੁੰਦੀ। ਆਮ ਹਾਲਤਾਂ 'ਚ ਤੇ ਹੰਕਾਰ, ਹਉਮੈ, ਇਹੋ ਜਿਹੀਆਂ ਚੀਜ਼ਾਂ ਬਹੁਤੀਆਂ ਬੌਦਰ ਨਹੀਂ ਕਰਦੀਆਂ, ਪਰ ਜਿੱਥੇ ਕੋਈ ਮਾੜੀ ਜਿਹੀ ਬੰਪੀ ਚੀਜ਼ ਆ ਜਾਏ, ਹੰਕਾਰ ਦੋ ਇਕੱਠੇ ਹੋ ਜਾਣ, ਟਕਰਾਣ, ਫਿਰ ਦੁੱਖ ਆਉਂਦਾ। ਜਿਹੜੀ ਚੀਜ਼ ਬੜੀ ਪਿੰਚ ਕਰਦੇ ਨਾ ਰਿਲੇਸ਼ਨਸ਼ਿਪ ਦੇ ਵਿੱਚ, ਮੋਸਟਲੀ ਸਾਡੀ ਈਗੋ ਨੂੰ ਕੋਈ ਪਿੰਚ ਕਰਦਾ ਹੈ, ਫਿਰ ਬੜਾ ਗੁੱਸਾ ਚੜ੍ਹਦਾ ਵੀ ਹਾਊ ਕਮ, ਹਿੰਮਤ ਕਿਵੇਂ ਹੋਈ ਆ ਗੱਲ ਕਹਿਣ ਦੀ। ਹੱਦ ਹੋ ਗਈ। ਲਾਈਫ ਪਾਰਟਨਰ ਆ, ਜ਼ਿੰਦਗੀ ਸਮਰਪਿਤ ਕੀਤੀ ਇੱਕ ਦੂਜੇ ਨੂੰ, ਕੀ ਫਰਕ ਪਿਆ ਨਾ, ਜੋ ਮਰਜ਼ੀ ਹੋ ਜੇ, ਇੱਥੇ ਨਹੀਂ। ਬਿਲਕੁਲ ਹਉਮੈ ਇਹ ਹੈ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਚੱਲੇ ਚੁਭੈ ਦੁੱਖ ਪਾਵੈ। ਜਿਵੇਂ ਅੱਗੇ ਵੱਧਦੇ ਤੁਰਦੇ ਉਹ ਚੁਭਦਾ, ਦੁੱਖ ਪਾਉਂਦੇ, ਤੇ ਉਹ ਦੁੱਖ ਦਾ ਫਿਰ ਕੋਈ ਨਿਰਵਿਰਤੀ ਵੀ ਨਹੀਂ। ਕਿਉਂ?
क्योंकि पता ही नहीं भी हंकार आ, पता ही नहीं लगता ना ना ये तो कोई बाय फॉल्ट कोई होर चीज़ आ, ये कोई आ गल हुई आ वो गल्लां ते सिर्फ सोर्स बनिया या एक जरिया बनिया, असल अलामत ते कुछ हो रहा। गुरु अमरदास साहब ने बयान किया, कहन लगे हाउ मैं मैल लागी गुरु शब्दनी खोवै मन निर्मल अनदिन भगती राता। तो भगती हुंदी भी तां आ जिथे बंदा सड़िया बुसिया बैठा आ पिछले 3 दिनों की किसी गल का, 15 दिनों की गल का, महीने का, 2 महीने का, वो पाठ की करेगा। वो तार किते होर वज रही, गुस्से च, हंकार च, फ्रस्ट्रेशन च, कुछ च, उन्होंने भगती का की पता, उन्होंने कोई भगती का पता नहीं है। सॉरी टू से दैट इज जस्ट ए फेक काइंड ऑफ एक्ट विच इज़ नॉट गोना प्रोड्यूस एनी रिजल्ट। एंड दैट्स वाई पीपल ऑलवेज क्लेम भाई साहब पाठ भी करते हैं पर कोई मन नहीं, आ हालत है, लड़ाई है, कलेश है, झगड़ा है। भाई गल यह है वो मैल तो लगी सारी, शब्द ने शब्द की करामात तो हुई नहीं, वो तो पारस कला वापरी नहीं। इसनों बाबा अमरदास साहब ने कहा कि जिदे अंदर निर्मलता आ गई, मन निर्मल अनदिन भगती राता, भगत करे हर पावन आ। पर यह भगत करेगा कौन? जिन्हें हरि नूं पाउणा आ, जिन्होंने पता जिंदगी का वड्डा निशाना आ, जिहदे निशाने ही कूड़ नाल भरे हुए ने, कुचज नाल भरे हुए ने। निशाना इतना ही है कि बस किसी नूं ना आप उच्चे हो के नीवा विखाउणा आ। उन्होंने जिंदगी की प्रोस्पैरिटी नहीं कहिंदे, उन्होंने जिंदगी की तरक्की नहीं कहिंदे। असल जो तो निकर जाना आ, जिथे इन्ना ही है कि बस किसी ने लुट लिया, ठग लिया, कोई ठगी ला ली, चोरी ला ली, वल छल कट के टाइम कढ़ लिया, ये कोई तरक्की नहीं है जीवन की। ये तो जस्ट एक फेक आ। भगती का भाव तो कुछ उचेरा है, करतार दी नज़रां च कबूल पैना, जीवन के अमल नूं उस लैवल ते दुरुस्त करना आ। अगले रहिंदे शब्द च महाराज की विवेचना होर कर दे। अज वास्ते समा समाप्त है, भुलां गलतियां ना चितारिओ। बाबा जी दीवान की समाप्ति कराउणगे, मैनूं इजाजत देनी, कह देना जी वाहिगुरू जी का खालसा, वाहिगुरू जी की फतेह।